ਪਿਆਰੇ ਵਿਦਿਆਰਥੀਓ, ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਾਹਿਤਿਕ ਜਾਣਕਾਰੀ ਤੇ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਮੁਹਾਵਰੇ ਪੜਾਂਗੇ। ਅਰਥਾਂ ਸਮੇਤ ਸੈਂਟੈਂਸ ਬਣਾਏ ਹੈ ਤੇ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਮੁਹਾਵਰੇ ਯਾਦ ਕਰੋ। ਇੱਕ ਦੀਆਂ ਚਾਰ ਸੁਣਾਉਣਾ, ਜਾਨੀ ਜੇ ਕੋਈ ਇੱਕ ਗੱਲ ਕਹੇ ਤਾਂ ਉਹਨੂੰ ਕਈ ਗੱਲਾਂ ਸੁਣਾ ਦੇਣੀਆਂ ਜਾਂ ਕਹਿ ਦੇਣੀਆਂ। ਠੀਕ ਹੈ। ਮੇਰੀ ਨੂੰਹ ਵੇਖਣ ਨੂੰ ਤਾਂ ਭੋਲੀ ਭਾਲੀ ਲੱਗਦੀ ਹੈ, ਜੇ ਕੋਈ ਮਾੜੀ ਜੀ ਗੱਲ ਕਹਿ ਦੇਵੇ ਤਾਂ ਉਹ ਇੱਕ ਦੀਆਂ ਚਾਰ ਸੁਣਾਉਂਦੀ ਹੈ। ਠੀਕ ਹੈ। ਇੱਥੇ ਨੂੰਹ ਸੱਸ ਨੂੰ ਹੀ ਵੈਸੇ ਜ਼ਿਆਦਾਤਰ ਕਿਹਾ ਜਾਂਦਾ ਇਹ ਜਿਹੀਆਂ, ਉਹਦੇ ਵਿੱਚ ਵੀ ਉਹ ਇੱਕ ਦੀਆਂ ਚਾਰ ਸੁਣਾਉਂਦੀ ਆ। ਆਪਾਂ ਕਿਸੇ ਬਾਰੇ ਵੀ ਕਹਿ ਸਕਦੇ ਹਾਂ। ਇੱਕੋ ਰੱਸੇ ਫਾਹੇ ਦੇਣਾ, ਸਭ ਨਾਲ ਇੱਕੋ ਜਿਹਾ ਵਰਤਾਓ ਕਰਨਾ। ਸਾਨੂੰ ਇਹ ਤਾਂ ਦੇਖਣਾ ਚਾਹੀਦਾ ਹੈ ਕਿ ਸਭ ਤੋਂ ਵੱਧ ਕਸੂਰ ਕਿਸ ਦਾ ਹੈ। ਸਾਰਿਆਂ ਨੂੰ ਇੱਕੋ ਰੱਸੇ ਫਾਹੇ ਦੇਣਾ ਠੀਕ ਨਹੀਂ। ਇੱਕੋ ਤੱਕੜੀ ਦੇ ਵੱਟੇ ਹੋਣਾ, ਇੱਕੋ ਸੁਭਾਅ ਵਾਲੇ ਹੋਣਾ। ਰਾਜਸੀ ਲੀਡਰ ਭਾਵੇਂ ਕੋਈ ਹੋਵੇ, ਸਭ ਇੱਕੋ ਤੱਕੜੀ ਦੇ ਵੱਟੇ ਹੁੰਦੇ ਹਨ। ਉਹ ਵੋਟਾਂ ਲੈਣ ਲਈ ਸਭ ਦੇ ਮਗਰ ਮਗਰ ਫਿਰਦੇ ਹਨ ਅਤੇ ਮਗਰੋਂ ਕਿਸੇ ਦੀ ਸਾਰ ਨਹੀਂ ਲੈਂਦੇ। ਇੱਜ਼ਤ ਨੂੰ ਵੱਟਾ ਲਾਉਣਾ, ਬਦਨਾਮੀ ਕਰਨੀ। ਤੁਹਾਨੂੰ ਕੋਈ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਤੁਹਾਡੇ ਖਾਨਦਾਨ ਦੀ ਇੱਜ਼ਤ ਨੂੰ ਵੱਟਾ ਲੱਗੇ। ਈਨ ਮੰਨਣਾ, ਹਾਰ ਮੰਨਣੀ। ਰਾਣਾ ਪ੍ਰਤਾਪ ਨੇ ਅਕਬਰ ਦੀ ਈਨ ਨਾ ਮੰਨੀ। ਸੱਜੀ ਬਾਂਹ ਹੋਣਾ, ਪੱਕਾ ਸਾਥੀ। ਮਰਦਾਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸੱਜੀ ਬਾਂਹ ਸੀ। ਸੱਪ ਸੁੰਘ ਜਾਣਾ, ਦਿਲ ਢਹਿ ਜਾਣਾ। ਲੋਕ ਆਪਣੇ ਹੱਕਾਂ ਲਈ ਬੜਾ ਰੌਲਾ ਪਾਉਂਦੇ ਹਨ, ਪਰ ਜਦੋਂ ਉਹਨਾਂ ਦੇ ਫਰਜ਼ਾਂ ਦੀ ਗੱਲ ਕਰੋ ਤਾਂ ਉਹਨਾਂ ਨੂੰ ਪਤਾ ਨਹੀਂ ਕਿ ਸੱਪ ਸੁੰਘ ਜਾਂਦਾ। ਠੀਕ ਹੈ। ਹੱਕਾਂ ਵਾਸਤੇ ਤਾਂ ਰੌਲਾ ਪਾਈ ਜਾਣਗੇ, ਪਰ ਜੇ ਅਗਲਾ ਕਹੇ ਵੀ ਇੱਥੇ ਤੁਹਾਡਾ ਹੱਕ ਹੈ ਤਾਂ ਇੱਥੇ ਤੁਹਾਡਾ ਫਰਜ਼ ਵੀ ਹੈ, ਤਾਂ ਉੱਥੇ ਉਹਨਾਂ ਨੂੰ ਸੱਪ ਸੁੰਘ ਜਾਂਦਾ। ਸੱਪਾਂ ਨੂੰ ਦੁੱਧ ਪਿਲਾਉਣਾ, ਦੁਸ਼ਮਣ ਨੂੰ ਪਾਲਣਾ। ਚਾਰਨਿਆ ਕਾਹਨੂੰ ਸੱਪਾਂ ਨੂੰ ਦੁੱਧ ਪਿਲਾਉਂਦਾ ਹੈ? ਇਹ ਬਗਲਾ ਭਗਤ ਜੀਤਾ ਤੈਨੂੰ ਕਿਸੇ ਦਿਨ ਜ਼ਰੂਰ ਡੰਗ ਮਾਰੇਗਾ। ਜਾਨੀ ਕਿਸੇ ਨੂੰ ਆਪਾਂ ਅਗਲੇ ਨੇ ਵੈਸੇ ਗੱਲ ਕਹੀ ਹੈ ਵੀ ਤੂੰ ਇੱਕ ਜਣੇ ਨੂੰ ਕਿਉਂ, ਉਹਨੂੰ ਇੱਕ ਜਣੇ ਨੂੰ ਹੀ ਜ਼ਿਆਦਾ ਚੰਗਾ ਕਿਉਂ ਸਮਝੀ ਜਾਂਦਾ, ਉਹਨੂੰ ਤੂੰ ਕਿਉਂ ਪਾਲ ਰਿਹਾ, ਇਸ ਕਰਕੇ ਤੈਨੂੰ ਇੱਕ ਦਿਨ ਜ਼ਰੂਰ ਡੰਗ ਮਾਰੇਗਾ ਸੱਪਾਂ ਵਾਂਗੂ। ਸਬਰ ਦਾ ਘੁੱਟ ਭਰਨਾ, ਹੌਸਲੇ ਨਾਲ ਨੁਕਸਾਨ ਨੂੰ ਸਹਿ ਲੈਣਾ। ਰੱਬ ਦੀ ਕੀਤੀ ਨੂੰ ਕੋਈ ਟਾਲ ਨਹੀਂ ਸਕਦਾ, ਬੰਦੇ ਨੂੰ ਸਬਰ ਦਾ ਘੁੱਟ ਭਰ ਕੇ ਹੀ ਦਿਨ ਕੱਟਣੇ ਪੈਂਦੇ ਹਨ। ਸਬਰ ਦਾ ਪਿਆਲਾ ਛਲਕਣਾ, ਵਧੀਕੀ ਸਹਾਰਨ ਦੀ ਹਿੰਮਤ ਨਾ ਰਹਿਣਾ। ਇੱਕ ਤਾਂ ਸਬਰ ਦਾ ਘੁੱਟ ਭਰ ਲਿਆ, ਪਹਿਲਾਂ ਵਾਲ ਦੇ ਵਿੱਚ ਘੁੱਟ ਭਰ ਲਿਆ ਜਾਨੀ ਅੰਦਰ ਲੰਘ ਗਿਆ, ਸਾਰਾ ਸਬਰ ਕਰ ਲਿਆ। ਪਿਆਲਾ ਛਲਕਣ ਦਾ ਮਤਲਬ ਉੱਭਰ ਗਿਆ ਉੱਪਰੋਂ। ਠੀਕ ਹੈ, ਵੀ ਜਾਨੀ ਬਾਹਰ ਡੁੱਲਣ ਲੱਗ ਗਿਆ। ਸਬਰ ਸੀ ਜਿਹੜਾ ਉਹ ਖਤਮ ਹੋ ਚੁੱਕਿਆ। ਇਸ ਕਰਕੇ ਵੀ ਵਧੀਕੀ ਸਹਾਰਨ ਦੀ ਹਿੰਮਤ ਨਾ ਕਰਨਾ। ਮੈਂ ਆਪਣੇ ਮਾਲਕ ਦੀਆਂ ਵਧੀਕੀਆਂ ਤੋਂ ਤੰਗ ਆ ਗਿਆ ਸਾਂ, ਹੁਣ ਮੇਰੇ ਸਬਰ ਦਾ ਪਿਆਲਾ ਛਲਕਣ ਲੱਗ ਪਿਆ। ਸਮੇਂ ਦੀ ਨਬਜ਼ ਪਛਾਣਨਾ, ਸਮੇਂ ਦਾ ਰੁਖ ਪਛਾਣ ਕੇ ਕੰਮ ਕਰਨਾ। ਨਬਜ਼ ਪਛਾਣਨ ਦਾ ਮਤਲਬ ਰੁਖ ਪਛਾਣ ਲੈਣਾ ਵੀ ਹੁਣ ਕਿਹੋ ਜਿਹਾ ਸਮਾਂ ਚੱਲ ਰਿਹਾ। ਜਿਹੜੇ ਲੋਕ ਸਮੇਂ ਦੀ ਨਬਜ਼ ਪਛਾਣ ਕੇ ਚੱਲਦੇ ਹਨ ਉਹਨਾਂ ਨੂੰ ਜ਼ਿੰਦਗੀ ਵਿੱਚ ਔਖੇ ਨਹੀਂ ਹੋਣਾ ਪੈਂਦਾ। ਛਸ਼ੋ ਪੰਜ ਵਿੱਚ ਪੈਣਾ, ਝਿਜਕ ਤੇ ਸੋਚ ਵਿੱਚ ਪੈਣਾ। ਜੇਕਰ ਤੁਹਾਨੂੰ ਮੁੰਡਾ ਆਪਣੀ ਪੜ੍ਹਾਈ ਕਰਕੇ ਪਸੰਦ ਹੈ ਤਾਂ ਤੁਸੀਂ ਆਪਣੀ ਧੀ ਦਾ ਉਸ ਨਾਲ ਰਿਸ਼ਤਾ ਕਰ ਦਿਓ, ਐਵੇਂ ਸ਼ੀਸ਼ੋ ਪੰਜ ਵਿੱਚ ਨਾ ਪਾਓ। ਸ਼ਰਮ ਨਾਲ ਪਾਣੀ ਪਾਣੀ ਹੋਣਾ, ਬਹੁਤ ਸ਼ਰਮਸਾਰ ਹੋਣਾ। ਜਦੋਂ ਰਾਮੇ ਨੇ ਭਰੀ ਸਭਾ ਵਿੱਚ ਮੇਰੇ ਪੁੱਤਰ ਦੀਆਂ ਕਰਤੂਤਾਂ ਦਾ ਭਾਂਡਾ ਭੰਨਿਆ ਤਾਂ ਮੈਂ ਸ਼ਰਮ ਨਾਲ ਪਾਣੀ ਪਾਣੀ ਹੋ ਗਿਆ। ਸਾਹ ਸੱਤ ਮੁੱਕ ਜਾਣਾ, ਘਬਰਾ ਜਾਣਾ। ਇਮਤਿਹਾਨ ਵਿੱਚ ਫੇਲ ਹੋਣ ਦੀ ਖਬਰ ਸੁਣ ਕੇ ਮੇਰਾ ਤਾਂ ਸਾਹ ਸੱਤ ਹੀ ਮੁੱਕ ਗਿਆ। ਸਾਹ ਨਾ ਲੈਣ ਦੇਣਾ, ਆਰਾਮ ਨਾ ਮਿਲਣਾ। ਮੈਨੂੰ ਤਾਂ ਸਾਰਾ ਦਿਨ ਘਰ ਦੇ ਕੰਮ ਹੀ ਸਾਹ ਨਹੀਂ ਲੈਣ ਦਿੰਦੇ। ਸ਼ਾਨ ਨੂੰ ਵੱਟਾ ਲਾਉਣਾ, ਬਦਨਾਮੀ ਕਰਵਾਉਣੀ। ਅਸੀਂ ਭਾਰਤ ਵਾਸੀ ਇਹ ਪ੍ਰਣ ਕਰਦੇ ਹਾਂ ਕਿ ਅਸੀਂ ਆਪਣੀ ਮਾਤ ਭੂਮੀ ਦੀ ਸ਼ਾਨ ਨੂੰ ਵੱਟਾ ਨਹੀਂ ਲੱਗਣ ਦਿਆਂਗੇ। ਸਿੱਕਾ ਜੰਮਣਾ, ਮੰਨਿਆ ਪ੍ਰਮੰਨਿਆ ਹੋਣਾ। ਮਹਾਰਾਜਾ ਰਣਜੀਤ ਸਿੰਘ ਦੇ ਨਿਆਂ ਦਾ ਚਾਰੇ ਪਾਸੇ ਸਿੱਕਾ ਜੰਮਿਆ ਹੋਇਆ ਸੀ। ਸਿੱਧੇ ਮੂੰਹ ਗੱਲ ਨਾ ਕਰਨੀ, ਹੰਕਾਰੀ ਹੋਣਾ। ਜਦੋਂ ਦਾ ਰਾਮੀ ਦਾ ਪੁੱਤਰ ਅਮਰੀਕਾ ਚਲਾ ਗਿਆ ਹੈ ਉਦੋਂ ਦੀ ਉਹ ਕਿਸੇ ਨਾਲ ਸਿੱਧੇ ਮੂੰਹ ਗੱਲ ਹੀ ਨਹੀਂ ਕਰਦੀ, ਜਾਨੀ ਉਹਨੂੰ ਹੰਕਾਰ ਹੋ ਗਿਆ। ਸਿਰ ਸਿਹਰਾ ਆਉਣਾ, ਕਿਸੇ ਕੰਮ ਦੀ ਸਫਲਤਾ ਦੀ ਵਡਿਆਈ ਮਿਲਣੀ। ਭਾਰਤ ਦੀ ਆਜ਼ਾਦੀ ਦਾ ਸਿਹਰਾ ਸਰਦਾਰ ਭਗਤ ਸਿੰਘ ਵਰਗੇ ਸੂਰਮਿਆਂ ਦੇ ਸਿਰ ਆਉਂਦਾ ਹੈ। ਸਿਰ ਖੁਰਕਣ ਦੀ ਵੇਲ ਨਾ ਹੋਣੀ, ਬਹੁਤ ਰੁਝੇਵਾਂ ਹੋਣਾ। ਅੱਜ ਕੱਲ੍ਹ ਮੈਨੂੰ ਘਰ ਦੇ ਕੰਮਾਂ ਵਿੱਚੋਂ ਸਿਰ ਖੁਰਕਣ ਦੀ ਵੇਲ ਨਹੀਂ ਮਿਲਦੀ। ਸਿਰ ਤਲੀ 'ਤੇ ਧਰਨਾ, ਜਾਨ ਦੀ ਪਰਵਾਹ ਨਾ ਕਰਨੀ। ਦੇਸ਼ ਭਗਤ ਭਾਰਤ ਦੀ ਆਜ਼ਾਦੀ ਲਈ ਸਿਰ ਤਲੀ 'ਤੇ ਰੱਖ ਕੇ ਜੂਝੇ। ਸਿਰ 'ਤੇ ਕੁੰਡਾ ਨਾ ਹੋਣਾ, ਮੰਦੇ ਪਾਸਿਓਂ ਰੋਕਣ ਵਾਲਾ ਕੋਈ ਵੱਡਾ ਮਨੁੱਖ ਸਿਰ 'ਤੇ ਨਾ ਹੋਣਾ। ਮਨਦੀਪ ਦੇ ਸਿਰ 'ਤੇ ਤਾਂ ਕੁੰਡਾ ਨਾ ਹੋਣ ਕਰਕੇ ਉਹ ਬੁਰੀ ਸੰਗਤ ਵਿੱਚ ਪੈ ਗਿਆ। ਸਿਰ 'ਤੇ ਜੂੰ ਨਾ ਸਰਕਣਾ, ਪਰਵਾਹ ਨਾ ਕਰਨੀ। ਸਾਡੇ ਬੱਚੇ ਅਜਿਹੇ ਨਲਾਇਕ ਹਨ ਕਿ ਜਿੰਨੀਆਂ ਮਰਜ਼ੀ ਨਸੀਹਤਾਂ ਦੇਈ ਜਾਓ ਪਰ ਇਹਨਾਂ ਦੇ ਸਿਰ 'ਤੇ ਜੂੰ ਨਹੀਂ ਸਰਕਦੀ। ਸਿਰ 'ਤੇ ਪੈਰ ਰੱਖ ਕੇ ਨੱਸਣਾ, ਬੇਤਹਾਸ਼ਾ ਦੌੜ ਜਾਣਾ, ਯਾਨੀ ਬਹੁਤ ਤੇਜ਼ ਭੱਜਣਾ। ਭਾਰਤੀ ਫੌਜ ਦੇ ਹਮਲੇ ਦੀ ਮਾਰ ਨਾ ਸਹਿੰਦੀ ਹੋਈ ਪਾਕਿਸਤਾਨੀ ਫੌਜ ਸਿਰ 'ਤੇ ਪੈਰ ਰੱਖ ਕੇ ਨੱਸ ਗਈ। ਸਿਰ ਪੈਰ ਨਾ ਹੋਣਾ, ਗੱਲ ਦੀ ਸਮਝ ਨਾ ਪੈਣੀ। ਉਸ ਦੀਆਂ ਗੱਲਾਂ ਦਾ ਕੋਈ ਸਿਰ ਪੈਰ ਨਹੀਂ ਸੀ, ਇਸ ਕਰਕੇ ਮੇਰੇ ਪੱਲੇ ਕੁਝ ਨਾ ਪਿਆ। ਸੁੱਖ ਦਾ ਸਾਹ ਆਉਣਾ, ਕੁਝ ਆਰਾਮ ਤੇ ਸੁੱਖ ਮਿਲਣਾ। ਗਰੀਬ ਆਦਮੀ ਨੂੰ ਜ਼ਿੰਦਗੀ ਵਿੱਚ ਸੁੱਖ ਦਾ ਸਾਹ ਘੱਟ ਹੀ ਆਉਂਦਾ ਹੈ। ਸ਼ੇਰ ਹੋ ਜਾਣਾ, ਦਲੇਰ ਹੋ ਜਾਣਾ। ਜਦੋਂ ਉਸਦੇ ਘਰ ਵਿੱਚ ਚੋਰ ਆ ਵੜੇ ਤਾਂ ਉਹ ਘਬਰਾ ਗਿਆ, ਪਰੰਤੂ ਜਦੋਂ ਉਸਨੇ ਗੁਆਂਢੀਆਂ ਨੂੰ ਆਪਣੀ ਮਦਦ ਲਈ ਆਉਂਦਾ ਦੇਖਿਆ ਤਾਂ ਉਹ ਚੋਰਾਂ ਨੂੰ ਫੜਨ ਲਈ ਸ਼ੇਰ ਹੋ ਗਿਆ। ਠੀਕ ਹੈ, ਦਲੇਰ ਹੋ ਗਿਆ। ਜਾਨੀ ਸ਼ੇਰ ਦੀ ਮੁੱਛ ਫੜਨਾ,
ਨਾਲ ਤਾਕਤਵਰ ਨਾਲ ਆਡਾ ਲਾਉਣਾ। ਪਾਕਿਸਤਾਨ ਨੇ ਭਾਰਤ ਉੱਤੇ ਹਮਲਾ ਤਾਂ ਕਰ ਦਿੱਤਾ, ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਸ਼ੇਰ ਦੀ ਮੁੱਛ ਨੂੰ ਫੜਨਾ ਉਸ ਨੂੰ ਮਹਿੰਗਾ ਪਵੇਗਾ। ਸੈਲ ਪੱਥਰ ਹੋ ਜਾਣਾ, ਚੁੱਪ ਧਾਰ ਲੈਣੀ। ਮੇਰੇ ਹੱਥੋਂ ਕਰੀਆਂ ਸੁਣ ਕੇ ਉਹ ਬੋਲੀ ਨਹੀਂ, ਬਸ ਸੈਲ ਪੱਥਰ ਹੋ ਗਈ। ਸੋਨੇ ਤੇ ਸੁਹਾਗਾ ਦਾ ਕੰਮ ਕਰਨਾ, ਹੋਰ ਚਮਕਾ ਦੇਣਾ। ਉਸ ਦੀ ਕਵਿਤਾ ਤਾਂ ਉਂਝ ਵੀ ਵਧੀਆ ਹੀ ਸੀ, ਪਰੰਤੂ ਉਸ ਦੀ ਸੁਰੀਲੀ ਆਵਾਜ਼ ਨੇ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ। 100 ਦੀ ਇੱਕੋ ਮੁਕਾਉਣਾ, ਮੁੱਕ ਦੀ ਗੱਲ ਕਰਨੀ। ਮੈਂ ਤਾਂ 100 ਦੀ ਇੱਕੋ ਹੀ ਮੁਕਾਉਂਦਾ ਹਾਂ ਕਿ ਜੇਕਰ ਤੂੰ ਜੂਆ ਖੇਡਣਾ ਤੇ ਸ਼ਰਾਬ ਪੀਣੀ ਨਾ ਛੱਡੀ ਤਾਂ ਤੇਰੇ ਘਰ ਦਾ ਝੁੱਗਾ ਚੌੜ ਹੋ ਜਾਵੇਗਾ। ਦੇਖੋ ਇਹ 'ਚ 2 ਵਾਕ ਆ ਗਏ, ਇੱਕ ਤਾਂ ਝੁੱਗਾ ਚੌੜ ਹੋ ਜਾਣਾ ਤੇ ਦੂਜਾ 100 ਦੀ ਇੱਕੋ ਮੁਕਾਉਣਾ। ਠੀਕ ਹੈ, ਜਾਣੀ 2 ਮੁਹਾਵਰਿਆਂ ਦਾ ਆਪਾਂ ਇੱਕੋ ਸੈਂਟੈਂਸ ਲਿਖ ਸਕਦੇ ਹਾਂ। ਸਿਰ ਫਿਰ ਜਾਣਾ, ਅਕਲ ਮਾਰੀ ਜਾਣੀ। ਬਹੁਤਾ ਧਨ ਆ ਜਾਣ ਨਾਲ ਉਸ ਦਾ ਸਿਰ ਫਿਰ ਗਿਆ, ਇਸੇ ਕਰਕੇ ਹੀ ਉਹ ਭੁੱਲ ਗਿਆ ਕਿ ਆਪਣੇ ਵੱਡਿਆਂ ਦੀ ਇੱਜ਼ਤ ਕਿਵੇਂ ਕਰੀਦੀ ਹੈ। ਸੁੱਤੀ ਕਲਾ ਜਗਾਉਣੀ, ਮੁੱਕ ਚੁੱਕੇ ਝਗੜੇ ਨੂੰ ਫਿਰ ਜਗਾਉਣਾ। ਮੈਂ ਆਪਣੇ ਗੁਆਂਢੀ ਨੂੰ ਕਿਹਾ ਕਿ ਹੁਣ ਤੁਹਾਡੇ ਲਈ ਸੁੱਤੀ ਕਲਾ ਜਗਾਉਣਾ ਠੀਕ ਨਹੀਂ, ਸਗੋਂ ਸਾਡੇ ਨਾਲ ਹਰ ਤਰ੍ਹਾਂ ਪਿਆਰ ਨਾਲ ਰਹਿਣਾ ਚਾਹੀਦਾ ਹੈ। ਸੋਨੇ ਦੀ ਲੰਕਾ ਬਣਾਉਣਾ, ਬਹੁਤ ਧਨ ਇਕੱਠਾ ਕਰਨਾ। ਉਸਨੇ ਕਮਾਈ ਕਰਕੇ ਘਰ ਨੂੰ ਸੋਨੇ ਦੀ ਲੰਕਾ ਬਣਾ ਦਿੱਤਾ। ਸੱਤੀ ਕੱਪੜੀ ਅੱਗ ਲੱਗਣੀ, ਬਹੁਤ ਗੁੱਸੇ ਵਿੱਚ ਹੋਣਾ। ਉਸਦੀ ਝੂਠੀ ਤੋਹਮਤ ਸੁਣ ਕੇ ਮੈਨੂੰ ਸੱਤੀ ਕੱਪੜੀ ਅੱਗ ਲੱਗ ਗਈ। ਸਿਰ 'ਤੇ ਪੈਣਾ, ਕੋਈ ਔਕੜ ਆ ਪੈਣਾ। ਰਮੇਸ਼ ਦੇ ਪਿਤਾ ਦੀ ਮੌਤ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਉਸਦੇ ਸਿਰ 'ਤੇ ਪੈ ਗਈ। ਸਰ ਕਰਨਾ, ਜਿੱਤ ਲੈਣਾ। ਬਾਬਰ ਨੇ 1526 ਵਿੱਚ ਪਾਣੀਪਤ ਦੇ ਮੈਦਾਨ ਨੂੰ ਸਰ ਕੀਤਾ ਸੀ। ਸਾੜ ਸਤੀ ਆਉਣੀ, ਬੁਰੇ ਦਿਨ ਆਉਣੇ। ਰਾਮ ਉੱਪਰ ਸਾੜ ਸਤੀ ਆ ਗਈ ਜਾਪਦੀ ਹੈ, ਦਿਨੋਂ ਦਿਨ ਉਸ ਦਾ ਕੰਮ ਹੇਠਾਂ ਨੂੰ ਹੀ ਜਾਂਦਾ ਹੈ। ਸਿਰ ਉੱਤੋਂ ਪਾਣੀ ਲੰਘਣਾ, ਹੱਦੋਂ ਵੱਧ ਵਿਗੜਨਾ। ਮੈਂ ਉਸ ਦੀਆਂ ਵਧੀਕੀਆਂ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦਾ, ਹੁਣ ਤਾਂ ਸਿਰ ਉੱਤੋਂ ਪਾਣੀ ਲੰਘ ਗਿਆ ਹੈ। ਸਿਰ ਉੱਤੇ ਭੂਤ ਸਵਾਰ ਹੋਣਾ, ਕਿਸੇ ਧੁਨ ਵਿੱਚ ਪਾਗਲ ਹੋਣਾ। ਉਸ ਦੇ ਸਿਰ ਉੱਤੇ ਹਰ ਵੇਲੇ ਪ੍ਰਿੰਸੀਪਲ ਬਣਨ ਦਾ ਭੂਤ ਸਵਾਰ ਹੋਇਆ ਰਹਿੰਦਾ ਹੈ। ਸਿਰ 'ਤੇ ਕਫਨ ਬੰਨ੍ਹਣਾ, ਮੌਤ ਤੋਂ ਬੇਪਰਵਾਹ ਹੋ ਕੇ ਕੋਈ ਕੰਮ ਕਰਨਾ। ਦੇਸ਼ ਭਗਤ ਆਪਣੇ ਦੇਸ਼ ਦੀ ਰਾਖੀ ਲਈ ਸਿਰ 'ਤੇ ਕਫਨ ਬੰਨ੍ਹ ਕੇ ਤੁਰ ਪੈਂਦੇ ਹਨ। 70 ਜਾਣਾ, ਬੁੱਢੇ ਹੋ ਕੇ ਅਕਲ ਮਾਰੀ ਜਾਣੀ। ਜਦੋਂ ਸੰਗੀਤਾ ਦੇ 65 ਸਾਲਾ ਸਹੁਰੇ ਨੇ ਨਵਾਂ ਵਿਆਹ ਕਰਾਉਣ ਦੀ ਇੱਛਾ ਪ੍ਰਗਟ ਕੀਤੀ ਤਾਂ ਉਸਨੇ ਕਿਹਾ ਇਹ 70 ਗਿਆ ਹੈ, ਇਸ ਕਰਕੇ ਕੋਈ ਅਕਲ ਦੀ ਗੱਲ ਨਹੀਂ ਕਰਦਾ। ਸੋਤਰ ਸੁੱਕ ਜਾਣਾ, ਸਹਿਮ ਪੈ ਜਾਣਾ। ਰਾਮ ਸਿੰਘ ਦੇ ਘਰ ਡਾਕਾ ਪੈਣ ਨਾਲ ਸਾਰੇ ਪਿੰਡ ਦੇ ਲੋਕਾਂ ਦੇ ਸੋਤਰ ਸੁੱਕ ਗਏ। ਸਿਰੋਂ ਨੰਗੀ ਹੋਣਾ, ਵਿਧਵਾ ਹੋਣਾ। ਲੜਾਈ ਵਿੱਚ ਆਪਣੇ ਪਤੀ ਦੇ ਮਾਰੇ ਜਾਣ ਕਰਕੇ ਵਿਚਾਰੀ ਸੰਤ ਕੌਰ ਜਵਾਨੀ ਵਿੱਚ ਹੀ ਸਿਰੋਂ ਨੰਗੀ ਹੋ ਗਈ ਸੀ। ਸਾਹ ਸੁੱਕ ਜਾਣਾ, ਬਹੁਤ ਡਰ ਜਾਣਾ। ਜਦੋਂ ਪੁਲਿਸ ਨੇ ਬੰਤੇ ਦੇ ਘਰ ਸ਼ਰਾਬ ਫੜਨ ਲਈ ਛਾਪਾ ਮਾਰਿਆ ਤਾਂ ਉਸਦਾ ਸਾਹ ਸੁੱਕ ਗਿਆ। ਸਿਰ 'ਤੇ ਹੱਥ ਧਰਨਾ ਜਾਂ ਰੱਖਣਾ, ਆਸਰਾ ਦੇਣਾ। ਰਾਜੂ ਦੇ ਯਤੀਮ ਹੋਣ ਮਗਰੋਂ ਉਸਦੀ ਮਾਸੀ ਨੇ ਸਿਰ 'ਤੇ ਹੱਥ ਧਰਿਆ ਤੇ ਉਸਨੂੰ ਪਾਲ ਕੇ ਜਵਾਨ ਕੀਤਾ। ਸਿਰ ਖਾਣਾ, ਬਹੁਤ ਗੱਲਾਂ ਕਰਕੇ ਦੂਜੇ ਨੂੰ ਅਕਾ ਦੇਣਾ। ਮੈਂ ਪ੍ਰੀਤੀ ਨੂੰ ਕਿਹਾ ਚੁੱਪ ਕਰਕੇ ਬੈਠ, ਐਵੇਂ ਮੇਰਾ ਸਿਰ ਨਾ ਖਾਈ ਜਾ। ਸਰਕਾਰੀ ਦਰਬਾਰੇ ਚੜ੍ਹਨਾ, ਕਚਹਿਰੀ ਵਿੱਚ ਮੁਕੱਦਮਾ ਕਰਨਾ। ਸੰਤੂ ਨੇ ਬੰਤੇ ਦੇ ਖੇਤ ਉੱਤੇ ਕਬਜ਼ਾ ਕਰ ਲਿਆ ਤਾਂ ਬੰਤੇ ਨੇ ਸੰਤੂ ਵਿਰੁੱਧ ਮੁਕੱਦਮਾ ਕਰਕੇ ਉਸਨੂੰ ਸਰਕਾਰੀ ਦਰਬਾਰੇ ਚੜ੍ਹਾ ਦਿੱਤਾ। ਸਾਖੀ ਭਰਨਾ, ਗਵਾਹੀ ਦੇਣੀ। ਉਸ ਦਾ ਕੀਤਾ ਕੰਮ ਇਸ ਗੱਲ ਦੀ ਸਾਖੀ ਭਰਦਾ ਹੈ ਕਿ ਉਹ ਬਹੁਤ ਸਿਆਣਾ ਹੈ। ਸਿਰ ਫੇਰਨਾ, ਨਾ ਕਰਨੀ। ਕੁੰਦਨ ਨੇ ਰਣਵੀਰ ਤੋਂ ਪੈਸੇ ਉਧਾਰ ਮੰਗੇ ਪਰ ਉਸਨੇ ਸਿਰ ਫੇਰ ਦਿੱਤਾ। ਸਿਰ ਧੜ ਦੀ ਬਾਜੀ ਲਾਉਣਾ, ਮੌਤ ਦੀ ਪਰਵਾਹ ਨਾ ਕਰਨੀ। ਸਭਰਾਵਾਂ ਦੇ ਮੈਦਾਨ ਵਿੱਚ ਸਿੱਖ ਫੌਜ ਸਿਰ ਧੜ ਦੀ ਬਾਜੀ ਲਾ ਕੇ ਲੜੀ। ਸਿਰ ਨਾ ਚੁੱਕਣਾ, ਗੁਸਤਾਖੀ ਨਾ ਕਰਨੀ। ਸਰਕਾਰ ਨੂੰ ਇੰਨੀ ਸਖਤੀ ਵਰਤਣੀ ਚਾਹੀਦੀ ਹੈ ਕਿ ਕੋਈ ਫਿਰਕੂ ਅਨਸਰ ਦੇਸ਼ ਵਿੱਚ ਸਿਰ ਨਾ ਚੁੱਕ ਸਕੇ। ਸਿਰ ਮੱਥੇ 'ਤੇ ਮੰਨਣਾ, ਕਿਸੇ ਗੱਲ ਨੂੰ ਖੁਸ਼ੀ ਨਾਲ ਪ੍ਰਵਾਨ ਕਰਨਾ। ਸਾਨੂੰ ਆਪਣੇ ਵੱਡਿਆਂ ਦਾ ਹੁਕਮ ਸਿਰ ਮੱਥੇ 'ਤੇ ਮੰਨਣਾ ਚਾਹੀਦਾ ਹੈ। ਸਿਰ ਮਾਰਨਾ, ਨਾ ਕਰਨੀ। ਮੈਨੂੰ ਆਸ ਸੀ ਕਿ ਗੁਰਸ਼ਰਨ ਮੈਨੂੰ ਕੁਝ ਪੈਸੇ ਉਧਾਰ ਦੇ ਦੇਵੇਗੀ, ਪਰ ਉਸਨੇ ਮੇਰੀ ਗੱਲ ਸੁਣਦਿਆਂ ਹੀ ਸਿਰ ਮਾਰ ਦਿੱਤਾ। ਸੁਹਾਗ ਲੁੱਟ ਲੈਣਾ, ਪਤੀ ਨੂੰ ਮਾਰ ਦੇਣਾ। ਜੰਗ ਅਨੇਕਾਂ ਇਸਤਰੀਆਂ ਦੇ ਸੁਹਾਗ ਲੁੱਟ ਲੈਂਦਾ ਹੈ। ਸੁੱਕ ਕੇ ਤੀਲਾ ਹੋਣਾ, ਬਹੁਤ ਕਮਜ਼ੋਰ ਹੋਣਾ। ਵਿਚਾਰਾ ਗੁਰਜੀਤ 1 ਮਹੀਨਾ ਬਿਮਾਰ ਰਹਿਣ ਦੇ ਨਾਲ ਸੁੱਕ ਕੇ ਤੀਲਾ ਹੋ ਗਿਆ। ਸੁੱਕਣੇ ਪਾ ਛੱਡਣਾ, ਕਿਸੇ ਨੂੰ ਇੱਕ ਥਾਂ 'ਤੇ ਬਿਠਾ ਕੇ ਉਸਦੀ ਬਾਤ ਨਾ ਪੁੱਛਣੀ। ਅੱਜ GT ਰੋਡ ਤੋਂ ਸਵੇਰੇ 8 ਵਜੇ ਗਵਰਨਰ ਸਾਹਿਬ ਦੀ ਕਾਰ ਲੰਘਣੀ ਸੀ। ਵਿਚਾਰੇ ਸਿਪਾਹੀ ਸਵੇਰ ਦੇ ਸੁੱਕਣੇ ਪਏ ਸਨ, ਪਰ ਅਜੇ ਗਵਰਨਰ ਸਾਹਿਬ ਦੀ ਕਾਰ ਨਹੀਂ ਸੀ ਆਈ। ਸ਼ੇਖ ਚਿੱਲੀ ਦੇ ਪੁਲਾਓ ਪਕਾਉਣਾ, ਖਿਆਲੀ ਮਹਿਲ ਉਸਾਰਨੇ। ਤੁਹਾਨੂੰ ਵਿਹਲੇ ਬੈਠ ਕੇ ਸ਼ੇਖ ਚਿੱਲੀ ਦੇ ਪੁਲਾਓ ਪਕਾਉਣ ਨਾਲੋਂ ਅਮਲੀ ਤੌਰ 'ਤੇ ਕੁਝ ਕਰਨਾ ਚਾਹੀਦਾ ਹੈ। ਸੇਕ ਲੱਗਣਾ, ਦੁੱਖ ਪਹੁੰਚਣਾ। ਜੰਗ ਭਾਵੇਂ ਸਰਹੱਦਾਂ ਉੱਪਰ ਹੁੰਦੀ ਹੈ, ਪਰ ਇਸ ਦਾ ਸੇਕ ਸਾਰੇ ਦੇਸ਼ ਵਾਸੀਆਂ ਨੂੰ ਲੱਗਦਾ ਹੈ। ਸੁਰ ਮਿਲਣਾ, ਇੱਕੋ ਸਲਾਹ ਹੋਣੀ। ਮੇਰੇ ਭਰਾ ਦੀ ਮੇਰੇ ਨਾਲ ਤਾਂ ਬਣਦੀ ਨਹੀਂ, ਪਰ ਉਸਦੀ ਆਪਣੇ ਗੁਆਂਢੀ ਨਾਲ ਚੰਗੀ ਸੁਰ ਮਿਲਦੀ ਹੈ। ਸੁੱਖ ਦੀ ਨੀਂਦ ਸੌਣਾ, ਬੇਫਿਕਰ ਹੋ ਕੇ ਸੌਣਾ। ਜੇਕਰ ਰਾਤ ਨੂੰ ਚੋਰਾਂ ਦਾ ਹੀ ਡਰ ਲੱਗਾ ਰਹੇ ਤਾਂ ਸੁੱਖ ਦੀ ਨੀਂਦ ਕੌਣ ਸੌਂ ਸਕਦਾ ਹੈ।
ਹੱਡਾਂ ਵਿੱਚ ਪਾਣੀ ਪੈਣਾ, ਕੰਮ ਕਰਨ ਨੂੰ ਜੀ ਨਾ ਕਰਨਾ। ਮੈਂ ਉਸ ਨੂੰ ਕਿਹਾ, ਤੂੰ ਕੋਈ ਕੰਮ ਤਾਂ ਕਰਦਾ ਨਹੀਂ, ਕੀ ਤੇਰੇ ਹੱਡਾਂ ਵਿੱਚ ਪਾਣੀ ਪਿਆ ਹੋਇਆ ਹੈ? ਹਰਨ ਹੋ ਜਾਣਾ, ਦੌੜ ਜਾਣਾ। ਸਕੂਲੋਂ ਛੁੱਟੀ ਹੁੰਦਿਆਂ ਹੀ ਬੱਚੇ ਘਰਾਂ ਨੂੰ ਹਰਨ ਹੋ ਗਏ। ਹੱਥ ਅੱਡਣਾ, ਮੰਗਣਾ। ਜੇਕਰ ਤੁਸੀਂ ਮਿਹਨਤ ਕਰਕੇ ਆਪਣੀ ਕਮਾਈ ਨਹੀਂ ਕਰੋਗੇ ਤਾਂ ਤੁਹਾਨੂੰ ਆਪਣੇ ਘਰ ਦੇ ਖਰਚਿਆਂ ਲਈ ਦੂਜਿਆਂ ਅੱਗੇ ਹੱਥ ਅੱਡਣੇ ਪੈਣਗੇ। ਹੱਥ ਹਿਲਾਉਣਾ, ਕੰਮ ਕਰਨਾ ਜਾਂ ਉੱਦਮ ਕਰਨਾ। ਵਿਹਲੇ ਬੈਠਣ ਨਾਲੋਂ ਥੋੜ੍ਹਾ ਬਹੁਤ ਹੱਥ ਹਿਲਾਉਂਦੇ ਰਹਿਣਾ ਚਾਹੀਦਾ ਹੈ। ਇਸ ਨਾਲ ਸਿਹਤ ਠੀਕ ਰਹਿੰਦੀ ਹੈ। ਹੱਥ ਮਲਣਾ, ਪਛਤਾਵਾ ਕਰਨਾ। ਪਹਿਲਾਂ ਤਾਂ ਤੁਸੀਂ ਮਿਹਨਤ ਨਹੀਂ ਕਰਦੇ, ਜਦੋਂ ਫੇਲ ਹੋ ਜਾਂਦੇ ਹੋ ਤਾਂ ਫਿਰ ਹੱਥ ਮਲਦੇ ਹੋ, ਇਸ ਦਾ ਕੀ ਫਾਇਦਾ? ਹੱਥ ਵੱਢ ਕੇ ਦੇਣੇ। ਕਿਸੇ ਨੂੰ ਕੋਈ ਲਿਖਤ ਦੇ ਦੇਣੀ। ਉਸਨੇ ਮੈਥੋਂ 100 ਰੁਪਏ ਉਧਾਰ ਲਏ ਅਤੇ ਇੱਕ ਕਾਗਜ਼ ਉੱਤੇ ਲਿਖ ਦਿੱਤਾ। ਜਦੋਂ ਮੈਂ ਉਸ ਤੋਂ ਪੈਸੇ ਮੰਗੇ ਤਾਂ ਉਹ ਮੁੱਕਰ ਗਿਆ। ਮੈਂ ਉਸਨੂੰ ਕਿਹਾ ਕਿ ਤੂੰ ਮੁੱਕਰ ਕਿਵੇਂ ਸਕਦਾ ਹੈ? ਤੂੰ ਤਾਂ ਮੈਨੂੰ ਹੱਥ ਵੱਢ ਕੇ ਦਿੱਤੇ ਹੋਏ ਹਨ। ਹੱਥ ਵਟਾਉਣਾ। ਉਸਨੇ ਮੇਰੇ ਨਾਲ ਕੰਮ ਵਿੱਚ ਹੱਥ ਵਟਾਇਆ, ਤਦ ਜਾ ਕੇ ਕੰਮ ਮੁੱਕਾ। ਹੱਥਾਂ ਪੈਰਾਂ ਦੀ ਪੈ ਜਾਣੀ, ਮੁਸੀਬਤ ਕਰਕੇ ਘਬਰਾ ਜਾਣਾ। ਜਦੋਂ ਜੀਤੇ ਨੇ ਸ਼ੇਰ ਨੂੰ ਦੇਖਿਆ ਤਾਂ ਉਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਹੱਥ ਤੰਗ ਹੋਣਾ, ਗਰੀਬੀ ਆ ਜਾਣੀ। ਮਹਿੰਗਾਈ ਦੇ ਜ਼ਮਾਨੇ ਵਿੱਚ ਹਰ ਨੌਕਰੀ ਪੇਸ਼ਾ ਦਾ ਹੱਥ ਤੰਗ ਹੋ ਗਿਆ ਹੈ ਅਤੇ ਉਸ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਹੈ। ਹੱਥ ਰੰਗਣਾ, ਵੱਡੀ ਨਾਲ ਰੁਪਇਆ ਕਮਾਉਣਾ, ਯਾਨੀ ਰਿਸ਼ਵਤ ਦੇ ਨਾਲ ਰੁਪਇਆ ਕਮਾਉਣਾ। ਇਸ ਥਾਣੇਦਾਰ ਨੇ ਸਮਗਲਰਾਂ ਤੋਂ ਪੈਸੇ ਲੈ ਕੇ ਕਾਫੀ ਹੱਥ ਰੰਗੇ ਹਨ। ਹਿੱਕ ਉੱਤੇ ਸੱਪ ਲੇਟਣਾ, ਈਰਖਾ ਨਾਲ ਸੜਨਾ। ਰਾਮ ਨੇ ਜਦੋਂ MA ਪਾਸ ਕੀਤੀ ਤਾਂ ਗੀਤਾ ਦੀ ਹਿੱਕ ਉੱਤੇ ਸੱਪ ਲੇਟਣ ਲੱਗ ਪਏ ਕਿਉਂਕਿ ਉਸਦਾ ਪੁੱਤਰ BA ਵਿੱਚੋਂ ਫੇਲ ਹੋ ਗਿਆ ਸੀ। ਹੱਥਾਂ ਦੇ ਤੋਤੇ ਉੱਡਣੇ, ਘਬਰਾ ਜਾਣਾ। ਫੇਲ ਹੋਣ ਦੀ ਖਬਰ ਸੁਣ ਕੇ ਉਸਦੇ ਹੱਥਾਂ ਦੇ ਤੋਤੇ ਉੱਡ ਗਏ। ਹੱਥੀਂ ਛਾਵਾਂ ਕਰਨੀਆਂ, ਆਓ ਭਗਤ ਕਰਨੀ। ਪੰਜਾਬੀ ਲੋਕ ਘਰ ਆਏ ਪ੍ਰਾਹੁਣੇ ਨੂੰ ਹੱਥੀਂ ਛਾਵਾਂ ਕਰਦੇ ਹਨ। ਤਾਂ ਇਹ ਸੀ ਮੁਹਾਵਰੇ। ਦੇਖੋ ਨਾਲ ਨਾਲ ਉਹਨਾਂ ਦੇ ਅਰਥ ਅਤੇ ਸੈਂਟੈਂਸ। ਵੀਡੀਓ ਨੂੰ ਧਿਆਨ ਨਾਲ ਦੇਖੋ ਅਤੇ ਯਾਦ ਕਰੋ। ਅਤੇ ਜੇ ਮੇਰੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ।